एक शब्द वीर जी हो रहा है, सज्जन मेरे रंगले जाए सुते जीरान, हम भी वंजा डुमणी रोवां चीनी पान। इस शब्द मुताबक ਜਿਹੜੇ ਸੱਜਣ ਕਬਰਾਂ ਵਿੱਚ ਜਾ ਕੇ ਸੋ ਜਾਂਦੇ ਹਨ, ਜਿਨ੍ਹਾਂ ਕਰਕੇ ਮਨ ਤੋਂ ਚਿਤਾ ਹੋ ਜਾਂਦਾ ਹੈ ਅਤੇ ਉਹਨਾਂ ਦਾ ਵਿਛੋੜਾ ਨਾ ਚੱਲਣ ਯੋਗ ਹੁੰਦਾ ਹੈ। ਇਸ ਬਾਰੇ ਵੀ ਸ਼ਬਦ ਹੈ। ਇਸ ਸ਼ਬਦ ਨੂੰ ਅਸੀਂ ਫਰੀਦਾਬਾਦ ਅੱਜ ਤੋਂ 3-4 ਸਾਲ ਪਹਿਲਾਂ ਹੋਲੇ ਮਹੱਲੇ 'ਤੇ ਕੀਤਾ ਸੀ। ਸੱਜਣ ਮੈਂਡੇ ਰੰਗ ਲੇ, ਰੰਗ ਸਤਿਗੁਰ ਦੀ ਮੱਤ ਦਾ, ਰੱਬ ਦਾ ਰੰਗ, ਹਰ ਰੰਗ ਲੈ ਕੇ ਜਾਏ ਸੁੱਤੇ ਜੀ ਰਾਣ। ਇਹ ਜਿਹੜਾ ਮੇਰਾ ਮਨ ਹੈ, ਇਹ ਉਸਦੀ ਬੜੀ ਚੜ੍ਹਦੀ ਕਲਾ ਦੀ ਅਵਸਥਾ ਦਾ ਸ਼ਬਦ ਹੈ। ਸਰੀਰਕ ਤੌਰ 'ਤੇ ਸਾਡੇ ਕੋਈ ਰਿਸ਼ਤੇਦਾਰ ਮਰ ਗਏ ਔਰ ਜਾਏ ਸੁੱਤੇ ਜੀ ਰਾਣ ਜਾਂ ਕਬਰਾਂ ਵਿੱਚ ਜਾਂ ਉਸ ਦੀ ਪ੍ਰਥਾएं ਨਹੀਂ ਹੈ। ਇੱਕ ਬੜੇ ਚੰਗੀ ਉੱਚੀ ਅਵਸਥਾ ਦਾ ਸ਼ਬਦ ਹੈ। ਔਰ ਜਿਹੜੀ ਦੁਬਿਧਾ ਵਾਲੀ ਅਵਸਥਾ ਹੈ, ਡੂ ਮਣੀ, ਡੂ ਮੀਨਸ ਦੋ, ਮਣੀ, ਉਹ ਵਾਲੀ ਅਵਸਥਾ ਤੋਂ ਛੁੱਟ ਜਾਣ ਦਾ ਪ੍ਰਤੀਕ ਹੈ। ਇਹਦੇ ਬਾਰੇ ਡਿਟੇਲ 'ਚ ਆਪ ਜੀ ਨੂੰ ਸਾਡੇ ਲਿਵਿੰਗ ਟ੍ਰੈਜਰ ਤੋਂ CD ਮਿਲ ਜਾਏਗੀ। ਬਿਲਕੁਲ ਧਿਆਨ ਰੱਖਣਾ ਹੈ ਕਿ ਇਹ ਸਰੀਰਕ ਤੌਰ 'ਤੇ ਵਿਛੜੇ ਹੋਏ ਮਰ ਗਏ ਇਨਸਾਨਾਂ ਬਾਰੇ ਨਹੀਂ ਹੈ। एक शब्द हो रहा है, मात पिता बंधप इष्ट मीत अर पाई, पूर्व जन्म के मिले संजोगी अंत्य को ना सहाई। इस शब्द मुताबक पूर्व जन्म की है खूनी रिश्ते माता पिता आदि की पिछले पूर्व जन्म विच कीते कोई चंगे काम करन नाल मिलते हैं। गुरदीप सिंह त्रिलोचन सिंह। ਸ਼ਬਦ ਪੰਕਤੀ ਇਹਨਾਂ ਨੇ ਪੁੱਛੀ ਹੈ, ਮਾਤ ਪਿਤਾ ਬੰਤਾ ਬੰਧਪ ਇਸ਼ਟ ਮੀਤ ਅਰ ਪਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨ ਸਹਾਈ। ਅਸੀਂ ਪਹਿਲਾਂ ਇਹਦੇ 'ਚੋਂ ਸਮਝ ਲਈਏ ਕਿ ਪੂਰਵ ਜਨਮ ਅਸੀਂ ਕਿਸ ਨੂੰ ਕਹਿੰਦੇ ਹਾਂ, ਪੂਰਬਲੇ ਕਰਮ ਅਤੇ ਪੂਰਬਲੇ ਜਨਮ ਕਿਸ ਨੂੰ ਕਹਿੰਦੇ ਹਾਂ। ਜੇ ਅਸੀਂ ਸਰੀਰਕ ਤੌਰ 'ਤੇ ਪਿਛਲੇ ਜਨਮਾਂ ਨੂੰ ਕਹਿੰਦੇ ਹਾਂ ਤੇ ਇਹ ਸ਼ਬਦ ਗੁਰਮਤਿ ਦੀ ਕਸਵੱਟੀ ਵਾਲਾ ਨਹੀਂ ਹੈ ਕਿ ਪਿਛਲੇ ਜਨਮਾਂ ਦੇ ਪੂਰਬਲੇ ਕਰਮਾਂ ਦੇ ਕਿਸੇ ਕਰਕੇ ਅਸੀਂ ਅੱਜ ਭੈਣ ਭਰਾ ਮਾਤਾ ਪਿਤਾ ਸਰੀਰਕ ਤੌਰ 'ਤੇ ਮਿਲੇ ਹਾਂ। ਇਹ ਉਹਦੇ ਪ੍ਰਥਾएं ਨਹੀਂ ਹੈ। ਸੋ ਸਤਿਗੁਰ ਦੀ ਮੱਤ ਲੈ ਕੇ ਵਿਦ ਬੁਝਣਾ ਔਰ ਸਿੱਖਣਾ ਸਮਝਣਾ। ਔਰ ਜਦੋਂ ਮੈਨੂੰ ਚੰਗੇ ਚੰਗੇ ਗੁਣ ਪ੍ਰਾਪਤ ਹੁੰਦੇ ਨੇ ਤਾਂ ਮੇਰਾ ਰੱਬ ਜੀ ਨਾਲ ਸੰਜੋਗ ਹੁੰਦਾ ਹੈ। ਪੂਰਬਲੇ ਕਰਮ ਦੀ, ਪੂਰਬਲੇ ਜਨਮ ਦੀ ਗੱਲ ਨੂੰ ਅਸੀਂ ਇਸ ਤਰ੍ਹਾਂ ਸਮਝਿਆ ਸੀ, ਫਰਜ਼ ਕਰੋ ਮੈਂ 20 ਤਰੀਕ ਬਿਮਾਰ ਹੋਇਆ, ਮੈਂ 20 ਤਰੀਕ ਇਹ ਰਿਅਲਾਈਜ਼ ਕੀਤਾ ਕਿ ਮੈਂ ਬਿਮਾਰ ਹਾਂ ਔਰ ਮੈਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ। ਮੈਂ 20 ਤਰੀਕ ਡਾਕਟਰ ਕੋਲ ਗਿਆ। ਆਮ ਤੌਰ 'ਤੇ ਦੁਨੀਆ ਨੂੰ ਠੀਕ ਡਾਕਟਰ ਨਹੀਂ ਮਿਲਦਾ, ਜਾਂ ਲੁਟੇਰਾ ਹੁੰਦਾ ਹੈ, ਜਾਂ ਪੈਸੇ ਜ਼ਿਆਦਾ ਲੈਂਦਾ, ਟੈਸਟ ਕਰਾਉਂਦਾ ਰਹਿੰਦਾ, ਦਵਾਈਆਂ ਗਲਤ ਦੇ ਦਿੰਦਾ, ਜਿਹੜੀ ਦਵਾਈ ਲਿਖਦਾ ਹੈ ਉਹ ਬਨਾਵਟੀ ਮਿਲਦੀ ਹੈ। ਇਹ ਸਾਰੀਆਂ ਗੱਲਾਂ ਨਹੀਂ। ਮੈਂ ਠੀਕ ਡਾਕਟਰ ਕੋਲ ਗਿਆ, ਉਹਨੇ ਠੀਕ ਡਾਇਗਨੋਸ ਕੀਤਾ, ਉਹਨੇ ਠੀਕ ਦਵਾਈ ਦਿੱਤੀ ਔਰ ਉਹਨੇ ਜੋ ਕੁਝ ਠੀਕ ਹਦਾਇਤਾਂ ਦਿੱਤੀਆਂ ਮੈਂ ਉਹਨਾਂ ਨੂੰ ਠੀਕ ਉਸ ਤਰ੍ਹਾਂ ਮੰਨਿਆ। ਗੁਰ ਕਿਹਾ ਸਾਕਾਰ ਕਮਾਵੋ, ਠੀਕ ਮੈਂ ਬਿਲਕੁਲ ਉਂਝ ਹੀ ਕੀਤਾ। ਡਾਕਟਰ ਨੇ ਜਿਵੇਂ ਮੈਨੂੰ ਦੱਸਿਆ ਮੈਂ ਉਸ ਤਰ੍ਹਾਂ ਕੀਤਾ। ਡਾਕਟਰ ਨੇ ਮੈਨੂੰ ਕਿਹਾ ਤੁਹਾਡੀ 4 ਦਿਨਾਂ ਦੀ ਦਵਾਈ ਹੈ, 20 ਤਰੀਕ ਤੋਂ 24 ਤਰੀਕ ਤੱਕ ਮੈਂ ਦਵਾਈ ਖਾਧੀ ਔਰ ਮੈਂ 24 ਤਰੀਕ ਠੀਕ ਹੋ ਗਿਆ। 20 ਤੋਂ 24 ਤੱਕ ਮੈਂ ਜੋ ਕੁਝ ਕੀਤਾ ਇਹਨੂੰ ਪੂਰਬਲੇ ਕਰਮ ਕਹਿੰਦੇ ਹਨ। ਸੋ ਜਦੋਂ ਅਸੀਂ ਸਤਿਗੁਰ ਦੀ ਮੱਤ ਲੈ ਕੇ ਚੰਗੇ ਪਾਸੇ ਟੁਰਦੇ ਹਾਂ, ਇਹ ਪੂਰਬ ਕਮਾਇਆ ਮੇਰਾ ਮੈਨੂੰ ਪ੍ਰਾਪਤ ਹੋਇਆ ਚੰਗੇ ਭਾਗ। ਪਰ ਜੇ ਮੈਂ ਮੰਦੇ ਖਿਆਲਾਂ ਨਾਲ ਜੀਂਦਾ ਹਾਂ, ਮੰਦੇ ਖਿਆਲਾਂ ਦਾ ਦਿਨ ਰਾਤ ਕਮਾਇੜੋ ਸੁਆਇਓ ਮਾਥੈ, ਉਹ ਸਾਹਮਣੇ ਆਉਂਦਾ। ਪੂਰਬ ਕਮਾਇਆ ਸੁਹਾਗਿਆ ਆਇਆ। ਜੇ ਮੈਂ ਮੰਦੇ ਖਿਆਲ ਕਮਾਉਂਦਾ ਹਾਂ, ਮੰਦੇ ਖਿਆਲਾਂ ਨਾਲ ਜੀਂਦਾ ਹਾਂ, ਉਹ ਮੇਰੇ ਅੱਗੇ ਆਉਂਦੇ ਨੇ। ਪੂਰਬ ਕਮਾਇਆ ਇਹ ਰਹੇਗਾ ਜਿਸ ਵੇਲੇ ਮੈਂ ਜੋ ਸੁਣਿਆ, ਸੁਣਨ ਤੋਂ ਬਾਅਦ ਜੋ ਮੈਂ ਜੀਵਿਆ, ਮੰਦੇ ਖਿਆਲ ਅਡਾਪਟ ਕੀਤੇ ਔਰ ਜੋ ਮੈਂ ਜੀਵਿਆ, ਇਹ ਜਿਹੜੀ ਜਰਨੀ ਹੈ ਇਹ ਮੇਰਾ ਮੰਦੇ ਖਿਆਲਾਂ ਵਾਲੀ ਜਰਨੀ ਵਾਲਾ ਪੂਰਬ ਕਮਾਇਆ ਆਗੇ ਆਇਆ। ਪਰ ਜੇ ਮੈਂ ਸਤਿਗੁਰ ਦੀ ਮੱਤ ਲੈ ਲਵਾਂ, 20 ਤਰੀਕ ਮੈਂ ਲਈ ਡਾਕਟਰ ਦੀ ਮੱਤ ਔਰ ਉਸ 'ਤੇ ਪੂਰਾ ਅਮਲ ਕੀਤਾ, 25 ਤਰੀਕ ਮੈਂ ਅਰੋਗ ਹੋਇਆ, ਇਹ ਮੇਰਾ ਪੂਰਬ ਕਮਾਇਆ ਦਾ ਫਲ ਮੈਨੂੰ ਲੱਗਾ। ਪੂਰਬ ਕਰਮ ਅੰकुर जब प्रगटे, 25 तरीक वो पूरी तरह प्रगट हो गए।
ਸੋ ਪੁਰਬ ਦਾ ਮਹੀਨਾ, ਪੁਰਬਲੇ ਜਨਮ ਦਾ ਮਹੀਨਾ ਅਸਲੀ ਸਰੀਰਕ ਤੌਰ ਤੇ ਇਸ ਬਾਡੀ ਤੋਂ ਪਿੱਛੇ ਵਾਲੇ ਜਨਮਾਂ ਦੀ ਗੱਲ ਪੁਰਬ ਦੀ ਨਹੀਂ ਚੱਲ ਰਹੀ। ਹੁਣ ਕੋਈ ਜਾਣੈ ਕਵਨ ਇਹਾਂ ਜਗ ਮੀਤ, ਇਸ ਉਸ ਨੂੰ ਸਮਝ ਆਉਂਦੀ ਹੈ ਜਿਹਦੀ ਰਾਹ ਵਿੱਚ ਗੱਲ ਕੀਤੀ ਹੈ, ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ, ਤਾਂ ਕਿ ਨਿਰਮਲ ਰੀਤ, ਉਹਦੀ ਨਿਰਮਲ ਰੀਤ ਜੀਵਨ ਬਣ ਜਾਂਦਾ ਹੈ, ਨਿਰਮਲ ਕਰਮਾਂ ਵਾਲਾ ਜੀਵਨ ਬਣ ਜਾਂਦਾ ਹੈ, ਸਤਿਗੁਰ ਦੀ ਮੱਤ ਲੈਂਦਾ ਹੈ। ਉਸ ਨੂੰ ਇਹ ਸਮਝ ਆ ਜਾਂਦਾ ਹੈ ਕਿ ਮੇਰਾ ਮੀਤ ਕੌਣ ਹੈ। ਅਸੀਂ ਮੀਤ ਸਮਝਦੇ ਹਾਂ ਮੇਰੇ ਮਾਤਾ ਪਿਤਾ, ਮੇਰੇ ਭੈਣ ਭਰਾ, ਮੇਰੇ ਟੱਬਰ ਜਾਂ ਕਿਸੇ ਸਰੀਰਕ ਨੂੰ, ਸੋ ਉਹਨੂੰ ਸਹੀ ਮਾਇਨੇ ਵਿੱਚ ਠੀਕ ਮੀਤ ਸਮਝ ਆ ਜਾਂਦਾ ਹੈ। ਅਦਰਵਾਈਜ਼ ਇਹ ਮੇਰਾ ਮਨ ਜਦੋਂ ਮੈਨੂੰ ਅਵਗੁਣ ਵਾਲੇ ਪਾਸੇ ਲੈ ਜਾਂਦਾ ਸੀ ਤਾਂ ਇਹ ਮਨ ਮੇਰਾ ਮਿੱਤਰ ਬਣਨਾ ਚਾਹੁੰਦਾ ਹੈ, ਔਰ ਮੈਨੂੰ ਸਮਝ ਹੀ ਨਹੀਂ ਆਉਂਦੀ, ਮੈਂ ਇਹਦੇ ਪਾਸੇ ਟੁਰ ਪੈਂਦਾ ਹਾਂ, ਲੇਕਿਨ ਇਹ ਮੈਨੂੰ ਖੁਆਰ ਕਰਦਾ ਹੈ। ਸੋ ਮੇਰਾ ਸਹੀ ਸੱਜਣ ਹੈ ਚੰਗੇ ਗੁਣ, ਪਰ ਮੈਂ ਸੱਜਣ ਬਣਾਇਆ ਹਿਪੋਕ੍ਰੇਸੀ ਨੂੰ। ਇਸ ਕਰਕੇ ਉਹ ਜਿਹੜਾ ਉਜਲ ਕਹਿਆ ਚਿਲਕਣਾ ਕੋਟਮ ਕਾਰੜੀ ਮਾਸ ਵਾਲਾ ਸਾਰਾ ਸ਼ਬਦ ਕਿ ਮੈਂ ਹਿਪੋਕ੍ਰੇਸੀ ਨੂੰ ਸੱਜਣ ਬਣਾਉਂਦਾ ਹਾਂ, ਤਾਂ ਉਹ ਵੀ ਮੇਰੇ ਨਾਲ ਉਸ ਤਰ੍ਹਾਂ ਹੀ ਚੱਲਦਾ ਹੈ। ਲੇਕਿਨ ਜੇਕਰ ਮੈਂ ਚੰਗੇ ਗੁਣਾਂ ਨੂੰ ਸੱਜਣ ਮਿੱਤਰ ਬਣਾਵਾਂ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਂ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਣ, ਮੈਨੂੰ ਚੰਗੇ ਗੁਣ ਹੈਲਪ ਕਰਦੇ ਨੇ। ਅਦਰਵਾਈਜ਼ ਮੈਂ ਆਨਿਆਂ ਵਾਲਾ ਜੀਵਨ ਜੀਂਦਾ ਹਾਂ ਜੇ ਮੈਂ ਹਿਪੋਕ੍ਰੇਸੀ ਵਾਲਾ ਜੀਵਨ ਜੀ ਰਿਹਾ ਹਾਂ। ਸੋ ਪੂਰਬ ਜਨਮ ਕੇ ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਹਰ ਪਾਈ, ਇਹ ਸਾਰੇ ਅੰਦਰ ਦੇ ਚੰਗੇ ਗੁਣ ਮੈਨੂੰ ਪ੍ਰਾਪਤ ਹੋਏ। ਕਿਸ ਤਰ੍ਹਾਂ? ਜਦੋਂ ਮੈਂ ਸਤਿਗੁਰ ਦੀ ਮੱਤ ਦੀ ਕਿਰਪਾ ਲਈ, ਉਸ ਨੂੰ, ਉਸ ਬਿਦ ਨੂੰ ਬੁੱਝਿਆ ਤਾਂ ਸਮਝ ਆਈ, ਤਾਂ ਮੈਨੂੰ ਮੇਰੇ ਜਿਹੜੇ ਚੰਗੇ ਚੰਗੇ ਗੁਣਾ ਰੂਪੀ ਮਾਤਾ ਪਿਤਾ ਅਤੇ ਮੇਰਾ ਟੱਬਰ, ਸੱਤ ਭਾਈਚਾਰੇ ਵਿਸੇਖ ਵਾਲੇ ਸਾਰੇ ਪ੍ਰਾਪਤ ਹੋਏ। ਸਾਰਾ ਟੱਬਰ ਜਿਹੜਾ ਮਾਤਾ ਮਤ ਪਿਤਾ ਸੰਤੋਖ ਚੋਂ ਅਸੀਂ ਸਿੱਖਦੇ ਹਾਂ ਜਾਂ ਹੋਰ ਅਨੇਕਾਂ ਸ਼ਬਦਾਂ ਸਿੱਖਦੇ ਹਾਂ, ਉਹ ਕਹਿੰਦੇ ਨੇ ਪੂਰਬ ਜਨਮ ਕੇ ਮਿਲੇ ਸੰਜੋਗੀ। ਲੇਕਿਨ ਜਿਹੜੇ ਮੈਂ ਅਵਗੁਣਾਂ ਨੂੰ ਸਮਝਦਾ ਸੀ ਉਹ ਮੇਰੇ ਸਹਾਈ ਨਹੀਂ ਹੁੰਦੇ ਨੇ। ਕਦੋਂ? ਅੰਤੇ ਦਾ ਮਤਲਬ ਕੀ ਹੁੰਦਾ ਹੈ? ਜਦੋਂ ਜੰਮ ਮੈਨੂੰ ਖੁਆਰ ਕਰਦਾ ਹੈ। ਜੰਮ ਦੀ ਮੱਤ ਲੈਣਾ ਮੇਰਾ ਅੰਤ ਕੀ ਬਾਰ, ਅੰਤ ਕੀ ਵੇਲਾ ਹੁੰਦਾ ਹੈ। ਜੰਮ ਕੀ ਮੱਤ ਲੈ ਕੇ ਜਿਹੜੇ ਮੈਂ ਅਵਗੁਣਾਂ ਰੂਪੀ ਜੀਵਨ ਜੀਂਦਾ ਹਾਂ, ਇਸ ਨੂੰ ਮੇਰੀ ਆਤਮਕ ਮੌਤ ਕਹਿੰਦੇ ਨੇ, ਉਹਨੂੰ ਅੰਤ ਕੀ ਬਾਰ ਕਹਿੰਦੇ ਨੇ। ਸਰੀਰਕ ਡੈਥ ਨੂੰ ਅੰਤ ਕੀ ਬਾਰ ਗੁਰਬਾਣੀ ਵਿੱਚ ਨਹੀਂ ਕਹਿੰਦੇ। ਹੁਣ ਇੱਕ ਸਵਾਲ ਹੈਗਾ ਜੀ, ਜਿਹੜੇ ਪ੍ਰਚਾਰਕ ਵੀਰ ਪਿੰਡਾਂ ਸ਼ਹਿਰਾਂ ਵਿੱਚ ਪ੍ਰਚਾਰ ਕਰ ਰਹੇ ਹਨ, ਉਹ ਬਿਹਤਰ ਢੰਗ ਨਾਲ ਕਿਵੇਂ ਹੋਰ ਕੰਮ ਕਰ ਸਕਦੇ ਹਨ, ਦੱਸਣ ਦੀ ਕਿਰਪਾਲਤਾ ਕਰੋ ਜੀ। ਮੈਂ ਕਾਲਜ ਦੀ ਇਸ ਗੱਲ ਵਾਸਤੇ ਬਹੁਤ ਸ਼ਲਾਘਾ ਕਰਦਾ ਔਰ ਮੈਨੂੰ ਮਾਣ ਹੈ ਕਿ ਇਹ ਕਾਲਜ ਜਿਸ ਤਰ੍ਹਾਂ ਸਿੱਧਕੀ ਸਾਹਿਬ ਨੇ ਜਿਸ ਹਿਸਾਬ ਨਾਲ ਸੋਚਿਆ ਸੀ, ਉਸ ਹਿਸਾਬ ਨਾਲ ਦਿਨੋਂ ਦਿਨ ਉਸ ਡਾਇਰੈਕਸ਼ਨ ਨਾਲ ਬੜੀ ਮਿਹਨਤ ਕਰ ਰਿਹਾ ਹੈ। ਅਤੇ ਅਸੀਂ ਲੋਕੀ ਤੇ ਬਾਹਰ ਰਹਿੰਦੇ ਹਾਂ ਅਤੇ ਅਸੀਂ ਕਾਰਾਂ 'ਚ ਬੈਠ ਕੇ, ਜਹਾਜ਼ਾਂ 'ਚ ਬੈਠ ਕੇ ਸਭ ਜਗ੍ਹਾ ਚਲੇ ਜਾਂਦੇ ਹਾਂ, ਏਅਰ ਕੰਡੀਸ਼ਨ ਵਿੱਚ ਬੈਠੇ ਰਹਿੰਦੇ ਹਾਂ। ਜਦੋਂ ਮੈਨੂੰ ਮਾਨਯੋਗ ਪ੍ਰਿੰਸੀਪਲ ਜੀ ਕੋਲੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਪਿੰਡਾਂ ਵਿੱਚ ਤੁਸੀਂ ਲੋਕੀ ਜਾ ਕੇ ਕੰਮ ਕਰਦੇ ਹੋ, ਅਤੇ ਮੈਂ ਬਹੁਤ ਹੈਰਾਨ ਹੁੰਦਾ ਔਰ ਅੰਦਰੋਂ ਬਹੁਤ ਇਸ ਗੱਲ ਦੀ ਸ਼ਲਾਘਾ ਕਰਦਾ ਹਾਂ ਕਿ ਪਿੰਡਾਂ ਵਿੱਚ ਜਾ ਕੇ ਕੰਮ ਕਰਨਾ ਬਹੁਤ ਮੁਸ਼ਕਿਲ ਕੰਮ ਹੈ ਔਰ ਤੁਸੀਂ ਉਸ ਨੂੰ ਲਿਆ ਹੈ। ਮੈਂ ਉਹਦੇ ਬਾਰੇ ਆਪ ਤਾਂ ਮੈਂ ਗਿਆ ਨਹੀਂ ਔਰ ਮੈਂ ਤੁਹਾਨੂੰ ਉਹਦੇ ਬਾਰੇ ਹਿਦਾਇਤ ਕਰਾਂ, ਮੈਨੂੰ ਬੜੀ ਇਸ ਦੀ ਗੱਲ ਉੱਤੇ ਸ਼ਰਮ ਆਏਗੀ। ਮੈਂ ਇਸ ਲਾਇਕ ਨਹੀਂ ਹਾਂ, ਪਰ ਇਨ ਜਨਰਲ ਇਨਸਾਨ ਕਰ ਸਕਦਾ ਹਾਂ ਕਿ ਜੇ ਪਿੰਡ ਵਾਲੇ ਪੰਜਾਬੀ ਬੋਲਦੇ ਨੇ ਤਾਂ ਠੀਕ, ਜੇ ਉਹ ਹਿੰਦੀ ਬੋਲਦੇ ਨੇ ਤਾਂ ਠੀਕ, ਇੰਗਲਿਸ਼ ਬੋਲਦੇ ਨੇ ਤਾਂ ਠੀਕ, ਜਿਹੜੀ ਵੀ ਉਹ ਬੋਲੀ ਬੋਲਦੇ ਨੇ ਬੋਲਣ, ਪਰ ਉਹਨਾਂ ਨਾਲ ਵੱਧ ਤੋਂ ਵੱਧ ਉਹਨਾਂ ਨੂੰ TV 'ਤੇ ਸੀਰੀਅਲ ਜਿਹੜੇ ਨੇ ਦਿਨ ਵਿੱਚ 5-5, 6-6, 8-8, 10-10 ਦਿਖਾਏ ਜਾਂਦੇ ਨੇ, ਉਹ ਗਿੱਝੇ ਹੋਏ ਨੇ ਕਹਾਣੀਆਂ ਦੇ ਨਾਲ। ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਉਹਨਾਂ ਦਾ ਥਾਟ ਪ੍ਰੋਸੈਸ ਗੁਰਬਾਣੀ ਦੇ ਵੱਲ ਲਿਆਇਆ ਜਾਏ। ਇਸ ਕਰਕੇ ਉਹਨਾਂ ਨਾਲ ਵੱਧ ਤੋਂ ਵੱਧ ਉਹਨਾਂ ਨੂੰ ਕਲਿੱਕ ਕਰਾਉਣਾ ਹੈ ਤਾਂ ਕਲਿੱਕ ਕਰਾਉਣ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਗੁਰਬਾਣੀ। ਸੋ ਉਹਨਾਂ ਨਾਲ ਗੁਰਬਾਣੀ ਡਿਸਕਸ ਕਰੋ। ਗੁਰੂ ਨਾਨਕ ਸਾਹਿਬ ਜਿੱਥੇ ਜਾਂਦੇ ਸਨ, ਗੁਰਬਾਣੀ ਨਾਲ ਕਨਵਰਸੇਸ਼ਨ ਸ਼ੁਰੂ ਹੁੰਦੀ ਸੀ। ਸੋ ਜੋ ਕੁਛ ਵੀ ਪਿੰਡਾਂ ਵਾਲਿਆਂ ਨੂੰ ਆਦਤਾਂ ਪਈਆਂ ਹੋਈਆਂ ਕਹਾਣੀਆਂ ਦੀਆਂ, ਤਾਂ ਹੀ ਪ੍ਰਚਾਰਕ ਜਿਹੜੇ ਗਲਤ ਪ੍ਰਚਾਰ ਕਰ ਰਹੇ ਨੇ ਔਰ ਕਹਾਣੀਆਂ ਸੁਣਾ ਰਹੇ ਨੇ ਕਬੀਰ ਦੀ ਵਹੁਟੀ ਦੀ ਔਰ ਇਸ ਤਰੀਕੇ ਦੀ, ਉਹ ਪਿੰਡਾਂ ਵਾਲਿਆਂ ਨੂੰ ਬੜੀਆਂ ਪਸੰਦ ਆਉਂਦੀਆਂ ਨੇ ਕਿਉਂਕਿ ਉਹਨਾਂ ਦੀ ਆਦਤ ਪਈ ਹੋਈ ਹੈ। ਸੋ ਸਭ ਤੋਂ ਵੱਡੀ ਕਰਾਮਾਤ ਇਹ ਹੋਏਗੀ ਕਿ ਅਸੀਂ ਉਹਨਾਂ ਦੀ ਇਹ ਆਦਤ ਨੂੰ ਚੇਂਜ ਕਰੀਏ ਔਰ ਉਹ ਗੁਰਬਾਣੀ ਵੱਲ ਆਉਣ। ਕਹਾਣੀਆਂ ਸੁਣਾ ਕੇ ਉਹਨਾਂ ਦੀ ਆਦਤ ਚੇਂਜ ਨਹੀਂ ਹੋਏਗੀ।
ਅਸੀਂ ਗੁਰਬਾਣੀ ਨੂੰ ਸਿਰਮੌਰ ਰੱਖੀਏ, ਸਭ ਤੋਂ ਉੱਪਰ ਗੁਰਸ਼ਬਦ ਵਿਚਾਰ ਰੱਖੀਏ, ਤਾਂ ਅਸੀਂ ਗੁਰਬਾਣੀ ਉਹਨਾਂ ਨੂੰ ਸੁਣਾਈਏ। ਸੋ ਗੁਰਬਾਣੀ ਸੁਣਾ ਕੇ ਉਹਨਾਂ ਦਾ ਕਰੈਕਟਰ ਚੇਂਜ ਹੋ ਜਾਏਗਾ, ਗੁਰਬਾਣੀ ਸੁਣਾ ਕੇ ਉਹਨਾਂ ਦਾ ਥਾਟ ਪ੍ਰੋਸੈਸ ਚੇਂਜ ਹੋਏਗਾ, ਔਰ ਜਿਹੜੇ ਅੱਜ ਮੌਜੂਦ ਨੇ ਆਉਣ ਵਾਲੀਆਂ ਪਨੀਰੀਆਂ ਨੂੰ ਗੁਰਬਾਣੀ ਦੀ ਆਦਤ ਪੈ ਜਾਏਗੀ। ਇਤਨੀ ਮੈਂ ਬੇਨਤੀ ਕਰ ਸਕਦਾ, ਵਰਨਾ ਤੁਹਾਡੇ ਉੱਥੇ ਕੀਤੇ ਹੋਏ ਕੰਮ ਦੀ ਜਿਤਨੀ ਸ਼ਲਾਘਾ ਕੀਤੀ ਜਾਏ ਘੱਟ ਹੈ, ਕਿਉਂਕਿ ਇਹ ਵਾਲਾ ਬੀੜਾ ਕਿਸੇ ਨੇ ਪਹਿਲਾਂ ਕਦੇ ਚੁੱਕਿਆ ਨਹੀਂ। ਸੋ ਕਾਲਜ ਇਸ ਦੇ ਵਾਸਤੇ ਧੰਨਤਾ ਦਾ ਵਧਾਈ ਦਾ ਪਾਤਰ ਹੈ।